ਸਤਿ ਸ਼੍ਰੀ ਅਕਾਲ, ਨਮਸਕਾਰ। ਅੱਜ ਆਪਾਂ ਸੀਆਰਪੀਸੀ ਦੇ ਸਬਜੈਕਟ ਨੂੰ ਫਾਰਮਲੀ ਸਟਾਰਟ ਕਰ ਰਹੇ ਹਾਂ। ਇਸ ਸਬਜੈਕਟ ਨੂੰ ਸਟਾਰਟ ਕਰਨ ਤੋਂ ਪਹਿਲਾਂ ਜਾਂ ਕਿਸੇ ਵੀ ਸਬਜੈਕਟ ਨੂੰ ਸਟਾਰਟ ਕਰਨ ਤੋਂ ਪਹਿਲਾਂ ਕੁਝ ਚੀਜ਼ਾਂ ਦਾ ਬਹੁਤ ਅਹਿਮੀਅਤ ਨਾਲ ਧਿਆਨ ਰੱਖਣਾ ਹੈ। ਔਰ ਮੇਰੇ ਵੱਲੋਂ ਤੁਹਾਨੂੰ ਪਰਸਨਲੀ ਇੱਕ ਸੁਜੈਸ਼ਨ ਹੈ ਕਿ ਜਦੋਂ ਵੀ ਕੋਈ ਸਬਜੈਕਟ ਸਟਾਰਟ ਕਰਨਾ ਹੈ, ਉਸ ਸਿੱਧੇ ਤੌਰ ਤੇ ਸਟ੍ਰੇਟ ਵੇ ਆਪਾਂ ਨੂੰ ਉਸ ਡਿਟੇਲਡ ਕਨਸੈਪਟ ਨੂੰ ਪੜ੍ਹਨਾ ਨਹੀਂ ਚਾਹੀਦਾ। ਔਰ ਨਾ ਹੀ ਆਪਾਂ ਨੂੰ ਪਹਿਲਾਂ ਬੇਅਰ ਪ੍ਰੋਵੀਜ਼ਨ ਯਾਨੀ ਬੇਅਰ ਐਕਟ ਤੋਂ ਸਟਾਰਟ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤਾਂ ਜੋ ਬੇਸਿਕ ਕਨਸੈਪਟ ਹਨ ਉਸ ਸਬਜੈਕਟ ਦੇ ਜਾਂ ਉਸ ਟੌਪਿਕਸ ਦੇ, ਪਹਿਲਾਂ ਉਹਨਾਂ ਦੀ ਜਾਣਕਾਰੀ, ਪਹਿਲਾਂ ਉਹਨਾਂ ਦੇ ਨਾਲ ਫੈਮਿਲੈਰਿਟੀ ਹੋਣੀ ਬਹੁਤ ਜ਼ਰੂਰੀ ਹੈ। ਇਸ ਬੇਸਿਕ ਕਨਸੈਪਟ ਨੂੰ ਕਲੀਅਰ ਕਰਨ ਤੋਂ ਬਾਅਦ ਦੇ ਵਿੱਚ ਉਹ ਕਨਸੈਪਟ ਜਿਹੜਾ ਹੈ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਵਿਦ ਅੰਡਰਸਟੈਂਡਿੰਗ, ਨਾ ਕਿ ਉਹ ਯਾਦ ਕਰਨਾ ਜਾਂ ਰੱਟਾ ਲਗਾਣਾ, ਵਿਦ ਕੰਸੈਪਚੁਅਲ ਅੰਡਰਸਟੈਂਡਿੰਗ ਤੁਹਾਨੂੰ ਸਮਝ ਆਏਗਾ। ਇਸ ਚੀਜ਼ ਦੀ ਮੇਰੀ ਗਾਰੰਟੀ ਹੈ। ਠੀਕ ਹੈ ਜੀ। ਹੁਣ ਜਿਵੇਂ ਕਿ ਸੀਆਰਪੀਸੀ ਦੀ ਆਪਾਂ ਗੱਲ ਕਰੀਏ, ਆਮ ਤੌਰ ਤੇ ਅਸੀਂ ਸੋਚਦੇ ਹਾਂ ਕਿ ਚਲੋ ਡੈਫੀਨੇਸ਼ਨ ਜਿਹੜੇ ਹੈ ਉਹਨੂੰ ਪੜ੍ਹ ਲੈਂਦੇ ਹਾਂ। ਡੈਫੀਨੇਸ਼ਨ ਤੋਂ ਸਟਾਰਟ ਕਰਨ ਦੇ ਲਈ ਅਸੀਂ ਉਸ ਬੇਅਰ ਪ੍ਰੋਵੀਜ਼ਨ ਨੂੰ, ਜੋ ਡੈਫੀਨੇਸ਼ਨ ਦੀ ਸੈਕਸ਼ਨ 2 ਦੇ ਵਿੱਚ ਬੇਅਰ ਪ੍ਰੋਵੀਜ਼ਨ ਹੈ, ਉਹਨਾਂ ਨੂੰ ਪੜ੍ਹ ਲਈਦਾ ਹੈ। ਪਰ ਇੱਥੇ ਹੀ ਆਪਾਂ ਗਲਤੀ ਕਰੀਦੀ ਹੈ ਕਿ ਆਪਾਂ ਉਹਨਾਂ ਡੈਫੀਨੇਸ਼ਨ ਨੂੰ ਪੜ੍ਹਨ ਤੋਂ ਬਾਅਦ ਇਹ ਸਮਝ ਲਈਦਾ ਹੈ ਕਿ ਹੁਣ ਸਾਨੂੰ ਬੇਸਿਕ ਕਨਸੈਪਟ ਦੀ ਕਲੈਰਿਟੀ ਹੋ ਚੁੱਕੀ ਹੈ। ਬਟ ਦਿਸ ਇਜ਼ ਨੋਟ ਦ ਕੇਸ। ਅਸਲ ਦੇ ਵਿੱਚ ਜੋ ਆਪਾਂ ਡੈਫੀਨੇਸ਼ਨ ਪੜ੍ਹ ਰਹੇ ਹਾਂ ਜਾਂ ਜਿਹੜੇ ਵੀ ਬੇਸਿਕ ਕਨਸੈਪਟ ਨੂੰ ਆਪਾਂ ਸਮਝ ਰਹੇ ਹਾਂ, ਉਹਨੂੰ ਸਿਰਫ ਡੈਫੀਨੇਸ਼ਨ ਤੋਂ ਨਹੀਂ ਕਲੀਅਰ ਕਰਨਾ, ਉਹਦੇ ਨਾਲ ਬਹੁਤ ਸਾਰੇ ਕੁਝ ਬੇਸਿਕ ਚੀਜ਼ਾਂ ਜੁੜੀਆਂ ਹੁੰਦੀਆਂ ਹਨ ਜੋ ਕਿ ਅਲਟੀਮੇਟਲੀ ਤੁਹਾਨੂੰ ਜੋ ਡਿਟੇਲਡ ਕਨਸੈਪਟ ਹੈ ਉਹਦੀ ਅੰਡਰਸਟੈਂਡਿੰਗ ਬਣਾਉਣ ਦੇ ਲਈ ਬੜੀ ਹੈਲਪਫੁਲ ਹੁੰਦੀਆਂ ਹਨ। ਆਪਾਂ ਇਹਨਾਂ ਸਾਰੀ ਚੀਜ਼ਾਂ ਦੀ ਜਾਣਕਾਰੀ, ਇਨਫੋਰਮੇਸ਼ਨ ਲੈਂਦੇ ਹੋਏ ਇਸ ਸਬਜੈਕਟ ਨੂੰ ਸ਼ੁਰੂ ਕਰਦੇ ਹਾਂ ਔਰ ਤੁਹਾਨੂੰ ਸਮਝ ਆ ਜਾਏਗੀ ਕਿ ਮੈਂ ਕੀ ਤੁਹਾਨੂੰ ਕਹਿਣਾ ਚਾਹੁੰਦਾ ਹਾਂ। ਠੀਕ ਹੈ ਜੀ। ਚਲੋ ਆਪਾਂ ਸ਼ੁਰੂ ਕਰਦੇ ਹਾਂ। ਔਰ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਤੁਸੀਂ ਦੇਖ ਹੀ ਲਿਆ, ਬੇਲੇਬਲ ਐਂਡ ਨਾਨ ਬੇਲੇਬਲ ਆਫੈਂਸਿਸ ਦਾ ਜਿਹੜਾ ਬੇਸਿਕ ਕਨਸੈਪਟ ਹੈ। ਇਸ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਵਾਲ ਮੈਂ ਤੁਹਾਨੂੰ ਪੁੱਛਦਾ ਹੈ ਕਿ ਮੰਨ ਲਓ ਅਗਰ ਕੋਈ ਪਰਸਨ ਅਰੈਸਟ ਹੋ ਗਿਆ ਹੈ। ਹੁਣ ਸਵਾਲ ਇਹ ਹੈ ਕਿ ਕੀ ਉਹਨੂੰ ਬੇਲ ਮਿਲੇਗੀ ਜਾਂ ਨਹੀਂ ਮਿਲੇਗੀ, ਔਰ ਜੇ ਬੇਲ ਮਿਲੇਗੀ ਤੇ ਕਦੋਂ ਮਿਲੇਗੀ, ਅਗਰ ਨਹੀਂ ਮਿਲੇਗੀ ਤੇ ਕਿਹੜੇ ਗਰਾਊਂਡਸ ਦੇ ਆਧਾਰ ਤੇ ਉਹਦੀ ਬੇਲ ਡਿਨਾਈ ਕੀਤੀ ਜਾਏਗੀ। ਅਸਲ ਦੇ ਵਿੱਚ ਇਸ ਸਵਾਲ ਦਾ ਕੋਈ ਵੀ ਪ੍ਰੀਸਾਈਜ਼ ਔਰ ਜੈਨੂਅਨਲੀ ਕੋਈ ਸਰਟਨ ਆਨਸਰ ਨਹੀਂ ਹੈ। ਉਹ ਕਿਉਂ? ਕਿਉਂਕਿ ਤੁਸੀਂ ਅੱਗੇ ਪੜ੍ਹੋਗੇ ਆਪਾਂ ਨੂੰ ਪਤਾ ਲੱਗੇਗਾ ਕਿ ਇਹ ਬਹੁਤ ਜ਼ਿਆਦਾ ਗ੍ਰੇ ਏਰੀਆ ਹੈ। ਸੋ ਇਸ ਸਵਾਲ ਦੇ ਨਾਲ ਹੀ ਆਪਾਂ ਇਸ ਟੌਪਿਕ ਨੂੰ ਅੱਗੇ ਵਧਾਉਂਦੇ ਹਾਂ ਔਰ ਇਸ ਟੌਪਿਕ ਦੇ ਵਿੱਚ ਆਪਾਂ ਕੀ ਚੀਜ਼ਾਂ ਡਿਸਕਸ ਕਰਾਂਗੇ ਆਪਾਂ ਉਹ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਬੇਲ ਦਾ ਕੀ ਮਤਲਬ ਹੈ, ਫਿਰ ਦੂਸਰਾ ਆਪਾਂ ਦੇਖਾਂਗੇ ਕਿ ਬੇਲੇਬਲ ਆਫੈਂਸ ਦੇ ਵਿੱਚ ਬੇਲ ਕਦੋਂ ਡਿਨਾਈ ਕੀਤੀ ਜਾ ਸਕਦੀ ਹੈ ਔਰ ਨਾਨ ਬੇਲੇਬਲ ਆਫੈਂਸ ਦੇ ਵਿੱਚ ਬੇਲ ਨੂੰ ਐਜ਼ ਅ ਮੈਟਰ ਆਫ ਰਾਈਟ ਕਦੋਂ ਕਲੇਮ ਕੀਤਾ ਜਾ ਸਕਦਾ ਹੈ। ਬੇਲ ਦਾ ਫੰਡਾਮੈਂਟਲ ਰਾਈਟ ਜੋ ਕਿ ਆਰਟੀਕਲ 21 ਦੇ ਵਿੱਚ ਹੈ, ਉਹਦਾ ਕੀ ਡਾਇਰੈਕਟ ਔਰ ਬੇਸਿਕ ਕਨੈਕਸ਼ਨ ਹੈ। ਰਿਜੈਕਸ਼ਨ ਆਫ ਬੇਲ ਔਰ ਕੈਂਸਲੇਸ਼ਨ ਆਫ ਬੇਲ ਦਾ ਕੀ ਕੰਸੈਪਟ ਹੈ, ਕਿ ਪੁਲਿਸ ਵੀ ਬੇਲ ਦੇ ਸਕਦੀ ਹੈ। ਐਂਟੀਸਪੇਟਰੀ ਬੇਲ ਬਾਰੇ ਕੁਝ ਮਿਸਕਨਸੈਪਸ਼ਨਸ ਹਨ, ਉਹ ਕੀ ਹਨ। ਫਿਰ ਬੇਲ ਐਪਲੀਕੇਸ਼ਨ ਫਾਈਲ ਕਰਨ ਦੇ ਲਈ ਪੀਰੀਅਡ ਆਫ ਲਿਮਿਟੇਸ਼ਨ ਕਿੰਨਾ ਹੈ, ਕਿੰਨੀ ਵਾਰ ਬੇਲ ਐਪਲੀਕੇਸ਼ਨ ਫਾਈਲ ਕੀਤੀ ਜਾ ਸਕਦੀ ਹੈ ਔਰ ਕਿੰਨੇ ਟਾਈਮ ਤੋਂ ਬਾਅਦ ਦੇ ਵਿੱਚ ਬੇਲ ਐਪਲੀਕੇਸ਼ਨ ਫਾਈਲ ਕਰਨੀ ਚਾਹੀਦੀ ਹੈ। ਔਰ ਲੇਟੈਸਟ ਐਂਡ ਲੈਂਡਮਾਰਕ ਜਜਮੈਂਟ ਸੁਪਰੀਮ ਕੋਰਟ ਦੀ ਆ, ਔਰ ਇਹਦੇ ਨਾਲ ਹੀ ਜੁੜੇ ਹੋਏ ਬਹੁਤ ਸਾਰੇ ਲੀਗਲ ਔਰ ਟੈਕਨੀਕਲ ਇਸ਼ੂਜ਼ ਨੂੰ ਆਪਾਂ ਡਿਸਕਸ ਕਰਦੇ ਹੋਏ ਇਸ ਟੌਪਿਕ ਨੂੰ ਅੱਗੇ ਵਧਾਉਂਦੇ ਹਾਂ। ਤਾਂ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਬੇਲ, ਕੰਸੈਪਟ ਆਫ ਬੇਲ। ਅਸਲ ਦੇ ਵਿੱਚ ਬੇਲੇਬਲ ਔਰ ਨਾਨ ਬੇਲੇਬਲ ਆਫੈਂਸ ਨੂੰ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਇਹ ਤਾਂ ਦੇਖ ਲਈਏ ਬੇਲ ਦਾ ਕੀ ਮਤਲਬ ਹੈ। ਠੀਕ ਹੈ ਜੀ। ਬੇਲ ਜਿਹਨੂੰ ਆਪਾਂ ਜ਼ਮਾਨਤ ਵੀ ਬੋਲ ਦਿੰਦੇ ਹਾਂ, ਅਸਲ ਦੇ ਵਿੱਚ ਉਹ ਕਿਤੇ ਵੀ ਡਿਫਾਈਨਡ ਨਹੀਂ ਹੈ। ਸੀਆਰਪੀਸੀ ਦੇ ਵਿੱਚ ਦ ਟਰਮ ਬੇਲ ਹੈਜ਼ ਨਾਟ ਬੀਨ ਡਿਫਾਈਨਡ। ਇਹਦਾ ਜਨਰਲ ਮਤਲਬ ਹੈ ਕਿ ਕਿਸੇ ਵੀ ਅਰੈਸਟਡ ਪਰਸਨ ਨੂੰ ਰਿਲੀਜ਼ ਕਰ ਦੇਣਾ, ਉਹਦੀ ਲਿਬਰਟੀ ਨੂੰ ਉਹਨੂੰ ਇੰਸ਼ੋਰ ਕਰ ਦੇਣਾ, ਰਿਸਟੋਰ ਕਰ ਦੇਣਾ ਬਾਏ a competent authority with or without conditions and especially after undertaking by that arrested person ਕਿ ਮੈਨੂੰ ਜਦੋਂ ਵੀ ਬੁਲਾਇਆ ਜਾਏਗਾ, ਜਿੱਥੇ ਵੀ ਬੁਲਾਇਆ ਜਾਏਗਾ, ਮੈਂ ਉੱਥੇ ਆਉਣ ਦੇ ਲਈ ਵਚਨਬੰਧ ਹਾਂ, ਮੈਂ ਉੱਥੇ ਆਉਣ ਦੇ ਲਈ ਅੰਡਰਟੇਕਿੰਗ ਦੇ ਰਿਹਾ ਹਾਂ। ਠੀਕ ਹੈ ਜੀ। ਹੁਣ ਬੇਲ ਦਾ ਜੋ ਟੈਕਨੀਕਲ ਮਤਲਬ ਹੈ ਉਹ ਦੋ ਐਸਪੈਕਟ ਦੇ ਵਿੱਚ ਹੈ।
पहला तो हो गया कि आप अक्सर सुनते हैं कि कोर्ट इज ग्रांटिंग बेल, कि जो कोर्ट है वो किसी ਨੂੰ बेल ग्रांट कर रही है, मतलब किसी ਨੂੰ रिलीज किया जा रहा है, किसी ਨੂੰ जमानत दी जा रही है। दूसरा कंसैप्ट है कि आप अक्सर पढ़ते हैं द पर्सन इज प्रिपेयर टू गिव बेल, या द पर्सन इज नॉट गिविंग बेल, या ही इज नॉट इन पोजीशन टू गिव बेल। असल च दूसरा कंसैप्ट यह है कि जो आप कोर्ट ਨੂੰ अपनी अंडरटेकिंग दे रहे हाँ, जो आप कुछ कंडीशंस के लिए बाउंड कर रहे हैं अपने आप ਨੂੰ, ਹੁਣ ਉਹਨਾਂ ਕੰਡੀਸ਼ਨ ਔਰ ਉਸ ਅੰਡਰਟੇਕਿੰਗ ਨੂੰ ਕੰਪਲਾਈ ਕਰਨ ਦੇ ਲਈ ਆਪਾਂ ਇੱਕ ਸਿਕਿਉਰਿਟੀ ਦੇ ਰਹੇ ਹਾਂ, ਠੀਕ ਹੈ ਜੀ। ਉਹ ਸਿਕਿਉਰਿਟੀ ਨੂੰ ਟੈਕਨੀਕਲੀ ਬੇਲ ਵੀ ਕਿਹਾ ਜਾਂਦਾ ਹੈ। ਸੋ ਬੇਲ ਦੇ ਦੋ ਮਤਲਬ ਹੁੰਦੇ ਹਨ। ਆਈ ਹੋਪ ਤੁਹਾਨੂੰ ਇਹਨਾਂ ਦੋਨਾਂ ਮਤਲਬ ਬਾਰੇ ਪਤਾ ਲੱਗ ਚੁੱਕਾ ਹੋਏਗਾ, ਠੀਕ ਹੈ ਜੀ। ਹੁਣ ਬੇਲ ਦੇ ਵਿੱਚ ਕੰਪੀਟੈਂਟ ਅਥਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਹੁਣ ਕੰਪੀਟੈਂਟ ਅਥਾਰਟੀ ਦਾ ਮਤਲਬ ਇਹ ਹੈ ਕਿ ਬੇਲ कौन दे सकता है, या कोर्ट दे सकती है, और दूसरा याद रखना पुलिस, पुलिस कोल भी अथॉरिटी है बेल ग्रांट करन दी, बट अंडर स्पेशल सरकमस्टांसिस। दूसरा वो बेल कदों दी जाएगी, आफ्टर फर्निशिंग ऑफ बेल और पर्सनल बॉन्ड्स, ठीक है जी। बेल और पर्सनल बॉन्ड बड़े जरूरी है, ये एक लीगल फॉर्मैलिटी है, ठीक है। पर्सनल बॉन्ड जिहड़े है वो सिर्फ कुछ स्पेशल सरकमस्टांसिस दे अंडर ही कोर्ट रिक्वायर कर सकती है। वो आप आगे एक ही लीगल प्रोसीजर है, वो आप आगे पढ़ांगे, राइट। उस तो बाद दे विच हुण अंडरटेकिंग है। अंडरटेकिंग की है कि जिहड़ा पर्सन है उन्होंने जिथे बुलाया जाएगा वो उत्थे आएगा। अगर वो पर्सन इस अंडरटेकिंग नूं पूरा नहीं कर रहा, आपां उस कंसैप्ट नूं बोलदे हां बेल जंपिंग, कि उस पर्सन ने बेल जंप कर ली है, ठीक है जी। ये बेसिक कंसैप्ट्स है, इन्हों समझते हुए आप अगे वधांगे। बेल जंपिंग, राइट। सो बेल की है, किसी नूं रिलीज कर देना, राइट। उस तो बाद बेल प्री सपोजिज अरेस्ट। आम तौर पर बेल कदों होएगी, बेल का क्वेश्चन ही उदों राइज होएगा जो किसी पर्सन नूं अरेस्ट किया जाएगा। सो ये कह देना कि बेल प्री सपोजिज अरेस्ट, ये स्टेटमेंट बिल्कुल करेक्ट है। ये कह देना कि जिहड़ी बेल है वो फॉलोज अरेस्ट है, ये भी ठीक है। मतलब पहला अरेस्ट आएगी, उस तो बाद दे विच बेल आएगी। और ये कह देना कि अरेस्ट प्रोसीड्स बेल, ये भी स्टेटमेंट बिल्कुल करेक्ट है। कई बार इन्हां स्टेटमेंट के बेसिस ते भी सानू पेपर दे विच सवाल आ सकता है। सो ये चीज याद रखनी है कि अरेस्ट होएगी तां ही बेल दा कंसैप्ट जिहड़ा है वो आपां नूं अगे आएगा, उदों ही बेल का क्वेश्चन अराइज होएगा। हुण आम तौर ते ये मन्निया जाता कि जिहड़ा एंटीसिपेटरी बेल है उन्होंने प्री अरेस्ट बेल भी बोलते हैं, उन्होंने प्री अरेस्ट बेल भी कहा जाता है। बट ਇਹਦਾ मतलब ये नहीं है कि एंटीसिपेटरी बेल दे विच अरेस्ट नहीं होंदी। हाँ, ये प्री अरेस्ट बेल जरूर है, इन तुसीं समझो। देखो ये कह देना कि ये प्री अरेस्ट बेल है, ये स्टेटमेंट भी ठीक है। ये कह देना कि एंटीसिपेटरी बेल जिहड़ी है उहदे च अरेस्ट नहीं हुंदी, ये गलत है। हुण इहनूं समझो। देखो आम तौर ते बेल दी एप्लीकेशन कदों मूव होएगी, जदों द पर्सन इज अरेस्टेड। बेल कदों ग्रांट की जाएगी, व्हेन द पर्सन इज अरेस्टेड। लेकिन एंटीसिपेटरी बेल दे बारे जिहड़ी मिसकंसैप्शन दी आपां गल कर रहे हां उहनूं क्लीयर करो कि एंटीसिपेटरी बेल दे विच जिहड़ी बेल एप्लीकेशन है वो कदों फाइल की जा रही है, व्हेन द पर्सन हैज नॉट बीन अरेस्टेड, ही इज जस्ट एप्रीहेंडिंग हिज अरेस्ट। सो रेगुलर बेल और एंटीसिपेटरी बेल का एक ये डिफरेंस है कि एंटीसिपेटरी बेल दे विच द एप्लीकांट हैज नॉट बीन अरेस्टेड, वो अरेस्ट नहीं होया, इसलिए इहनूं प्री अरेस्ट बेल कहना सही है, ये स्टेटमेंट गलत नहीं है। लेकिन कोर्ट 438 दे विच एंटीसिपेटरी बेल दी एप्लीकेशन अलाउ करते हुए पुलिस नूं डायरैक्शन दे दिंदी है कि इन दी इवेंट ऑफ अरेस्ट, मतलब अगर इस पर्सन नूं अरेस्ट किया जाएगा उस केस दे विच इनू बेल दे दी जाए। ਇਹਦਾ मतलब ये है कि उन्होंने अरेस्ट तो करना ही होएगा। हाँ, फर्क ये है वो एक फॉर्मल अरेस्ट होंदी है, वो जो आप यूजुअली देखते हाँ वो वाली अरेस्ट नहीं, ये सिर्फ फॉर्मल अरेस्ट है। क्योंकि रीजन की है
ਦਿਸ ਇਜ਼ ਅ ਰੀਜ਼ਨ ਕਿ ਬੇਲ ਉਦੋਂ ਹੀ ਗ੍ਰਾਂਟ ਕੀਤੀ ਜਾ ਸਕਦੀ ਹੈ ਜਦੋਂ ਕਿਸੇ ਨੂੰ ਅਰੈਸਟ ਕੀਤਾ ਜਾ ਸਕਦਾ ਹੈ। ਤਾਂ ਦੋਨੋਂ ਸਟੇਟਮੈਂਟ ਟੈਕਨੀਕਲੀ ਆਪਣੀ ਜਗ੍ਹਾ ਸਹੀ ਹਨ, ਪਰ ਇਹਦਾ ਕਨਸੈਪਟ ਅਲੱਗ-ਅਲੱਗ ਹੈ। ਇਸ ਮਿਸਕਨਸੈਪਸ਼ਨ ਨੂੰ ਆਪਾਂ ਦਿਮਾਗ ਚੋਂ ਦੂਰ ਕਰ ਦੇਣਾ ਹੈ। ਆਈ ਹੋਪ ਤੁਹਾਨੂੰ ਇਹਦੇ ਬਾਰੇ ਇੱਕ ਬੇਸਿਕ ਜਿਹਾ ਆਈਡੀਆ ਮਿਲਿਆ ਹੋਏਗਾ। ਠੀਕ ਹੈ, ਹੁਣ ਆਪਾਂ ਅੱਗੇ ਫਰਦਰ ਇਸ ਟੌਪਿਕ ਨੂੰ ਲੈ ਕੇ ਜਾਂਦੇ ਹਾਂ। ਸਭ ਤੋਂ ਪਹਿਲਾਂ ਡੈਫੀਨੇਸ਼ਨ ਆਫ ਬੇਲੇਬਲ ਐਂਡ ਨॉन ਬੇਲੇਬਲ ऑफेंस। सो बेलेबल मीन्स जमानत योग, नॉन बेलेबल मीन्स गैर जमानत योग। आम तौर पर आप समझना बेलेबल मीन्स कि जिहड़ी चीज दे वर्थ ऑफ बेल है, मतलब बेल मिल जाएगी, बेल इज यस। और नॉन बेलेबल विच एक चीज कंफ्यूज की जाती है कि मतलब बेल नहीं मिलेगी, मतलब बेल इज नो, बट दिस इज नॉट द केस। इस तरह नहीं है। बेलेबल ऑफेंस वो ऑफेंसिस हैं जिथे बेल एज ए मैटर ऑफ राइट मिलती है, मतलब बेल नू अधिकार के तौर ते क्लेम किया जा सकता है। ਇਹਦਾ मतलब यह हो गया कि कोर्ट बेल देन तो मना नहीं कर सकती, कोर्ट अपनी डिस्क्रिशन नहीं एक्सरसाइज कर सकती, कोर्ट इस क्वेश्चन ਨੂੰ ਅਰਾਈਜ਼ नहीं होने देगी कि बेल देनी है या नहीं देनी। बेल हैज टू बी ग्रांटेड इन केस ऑफ बेलेबल ऑफेंसिस, राइट। हुण नॉन बेलेबल ऑफेंसिस, नॉन बेलेबल ऑफेंसिस का मतलब ये नहीं है कि बेल नहीं मिलेगी। नॉन बेलेबल ऑफेंसिस का मतलब यह है कि बेल नू एज ए मैटर ऑफ राइट क्लेम नहीं किया जा सकता, और बेल इज अवेलेबल ओनली एट द डिस्क्रिशन ऑफ कोर्ट, विच मीन्स कि कोर्ट ये चीज डिसाइड करेगी कि बेल ग्रांट करनी है या बेल ग्रांट नहीं करनी। Court has to apply its mind whether the bail is to be granted or not। और एक चीज होर याद रख लेना जो अक्सर पेपर च पूछी जाती है कि ये डिफाइन किथे है, टू ए दे विच बेलेबल और नॉन बेलेबल ऑफेंसिस दोनों ही डेफिनेशन टू ए दे विच है, याद रखना। बट बेलेबल केस दे विच एक चीज का होर ध्यान रखना है कि उस केस दे विच द पर्सन एज ए मैटर ऑफ राइट तो ब्लेम कर रहा है, वो क्लेम कर लेगा, लेकिन वो छड्या उदों ही जाएगा जदों ही इज प्रिपेयर्ड टू गिव बेल, विच मीन्स कि जे वो बेल देन नू तैयार है उदों ही बेल ते छड्या जा सकदा उन्होंने। अगर वो बेल देन नू तैयार नहीं है फिर नहीं। इसका मतलब यह है प्रिपेयर्ड टू गिव बेल। हुण इत्थे तुहानूं एक चीज समझ आएगी कि मैं शुरू दे विच बेल दे दो मतलब क्यों समझाए सी। एक तो हो गया कि कोर्ट तो छड्डण लई तैयार है, कोर्ट तो उन्होंने रिलीज करने लई तैयार है, लेकिन कोर्ट जे बेल दे रही है तो उस पर्सन को भी बेल देनी पएगी। वो की है, वो है लीगल फॉर्मैलिटीज, वो की है बेल बॉन्ड, वो की है सिक्योरिटी। अगर वो सिक्योरिटी दे रहा है, only in that case he can claim bail as a matter of right, and he shall be released on bail only when he gives bail। so ਇਹਦੇ ਨਾਲ ਤੁਹਾਨੂੰ bail grant ਕਰਨੀ और bail give करनी दोनों ਦਾ concept समझ आ चुका होएगा। ठीक है जी। ਹੁਣ ਆਪਾਂ ਅੱਗੇ ਚੱਲਦੇ ਹਾਂ कि bail ਜਿਹੜਾ ਹੈ, देखो आ देखो ਤੁਸੀਂ अच्छे तरीके नाल बेलेबल ऑफेंस बेल एज ए मैटर ऑफ राइट, और सैक्शन ये तो हो गया डेफिनेशन। ठीक है जी कि जी बेलेबल ऑफेंस की डेफिनेशन की है। बेलेबल ऑफेंस का मतलब वो ऑफेंस जिथे बेल एज ए मैटर ऑफ राइट मिल जाएगी, बट वो जिहड़ी बेल मिलेगी ओदी पावर किथे है, कोर्ट नू किहड़ी प्रोविजन तो पावर मिलती है कि बेलेबल ऑफेंस दे विच बेल एज ए मैटर ऑफ राइट पर्सन क्लेम कर सकता है, और कोर्ट नू भी बेल देनी ही पएगी, दैट इज सेक्शन 436। लाइकवाइज नॉन बेलेबल दे विच डिस्क्रिशन ऑफ कोर्ट, डिस्क्रिशन का मतलब कोर्ट की मर्जी है, कोर्ट बहुत सारे फैक्टर्स नू कंसीडर करते हुए डिसाइड करेगी कि बेल ग्रांट करनी बनती है या बेल नहीं ग्रांट करनी बनती। सो ਉਹਦੇ ਲਈ ਜਿਹੜੇ ਪਾਵਰਸ ਹਨ ਉਹ ਇਹਨਾਂ ਪ੍ਰੋਵੀਜ਼ਨਸ ਦੇ ਵਿੱਚ ਪਾਵਰ ਹੈ ਜਿੱਥੇ ਪਰਸਨ ਐਪਲੀਕੇਸ਼ਨ ਮੂਵ ਕਰ ਸਕਦਾ ਹੈ ਔਰ ਕੋਰਟ ਬੇਲ ਗ੍ਰਾਂਟ ਕਰ ਸਕਦੀ ਹੈ। ਨੈਕਸਟ, ਹੁਣ ਇਹਦੇ ਕੁਝ ਐਕਸੈਪਸ਼ਨ ਹਨ। ਆਪਾਂ ਇਹ ਚੀਜ਼ ਦੇਖ ਲਈ ਹੈ ਕਿ ਬੇਲੇਬਲ ਆਫੈਂਸ ਦੇ ਵਿੱਚ ਬੇਲ ਐਜ਼ ਅ ਮੈਟਰ ਆਫ ਰਾਈਟ ਮਿਲਦੀ ਹੈ,
बट ਇਹਦੀ ਐਕਸੈਪਸ਼ਨ ਹੈ कि बेलेबल ऑफेंस ਦੇ ਵਿੱਚ ਵੀ a person, the arrested person, cannot claim the bail as a matter of right, and the court has power to refuse bail. Court can deny the bail. ਉਹ ਕਦੋਂ ਹੈ? ਹੁਣ ਇਹਨੂੰ as a matter of exception ਸਮਝਣਾ कि that is the case of bail jumping. ਬੇਲ ਜੰਪਿੰਗ ਦਾ ਮਤਲਬ ਕਿ ਪਰਸਨ ਨੂੰ ਜਦੋਂ ਕਿਹਾ ਗਿਆ ਸੀ ਕਿ ਤੁਸੀਂ ਜੋ ਅੰਡਰਟੇਕਿੰਗ ਦਿੱਤੀ ਹੈ, ਤੁਹਾਨੂੰ ਜਦੋਂ ਬੁਲਾਇਆ ਜਾਏਗਾ, ਜਿਸ ਕੋਰਟ 'ਚ ਬੁਲਾਇਆ ਜਾਏਗਾ, ਜਿਸ ਦਿਨ ਬੁਲਾਇਆ ਜਾਏਗਾ, ਤੁਸੀਂ ਉੱਥੇ ਹਾਜ਼ਰ ਹੋਣਾ ਵਾ। ਬਟ ਉਹ ਪਰਸਨ ਕੀ ਕਰ ਰਿਹਾ? ਉਹ ਉਸ ਕੰਡੀਸ਼ਨ ਨੂੰ, ਉਹ ਉਸ ਅੰਡਰਟੇਕਿੰਗ ਨੂੰ ਨਹੀਂ ਕੰਪਲਾਈ ਕਰ ਰਿਹਾ। ਹੁਣ ਹੀ ਕੈਨ ਨੋਟ claim bail as a matter of right. He cannot. ਇਹਦਾ ਮਤਲਬ ਇਹ ਹੈ the court may refuse, court bail ਦੇਣ ਤੋਂ ਮਨਾ ਕਰ ਸਕਦੀ ਹੈ। ਬਟ ਜਨਰਲ ਰੂਲ ਆਪਾਂ ਕੀ ਪੜਿਆ ਕਿ court shall grant bail, but bail jumping ਦੇ ਕੇਸ ਦੇ ਵਿੱਚ the court may refuse to grant bail in case of bailable offenses. And for that matter, section 436 clause 2 is relevant. ਇੱਥੇ ਕੋਰਟ ਕੋਲ ਪਾਵਰ ਹੁੰਦੀ ਹੈ ਕਿ ਜਿੱਥੇ ਬੇਲੇਬਲ ਆਫੈਂਸ ਦੇ ਵਿੱਚ ਵੀ ਕੋਰਟ ਬੇਲ ਦੇਣ ਤੋਂ ਮਨਾ ਕਰ ਸਕਦੀ ਹੈ। ਠੀਕ ਹੈ ਜੀ। ਹੁਣ ਨੈਕਸਟ ਹੈ ਨॉन ਬੇਲੇਬਲ। ਨॉन ਬੇਲੇਬਲ ਆਫੈਂਸ ਦਾ ਜਨਰਲ ਮੀਨਿੰਗ ਹੈ ਉਹ ਆਫੈਂਸ ਜਿੱਥੇ ਬੇਲ ਕੋਰਟ ਦੀ ਡਿਸਕ੍ਰਿਸ਼ਨ ਤੇ ਹੈ, ਮਤਲਬ ਬੇਲ ਨੂੰ ਐਜ਼ ਅ ਮੈਟਰ ਆਫ ਰਾਈਟ ਨਹੀਂ ਕਲੇਮ ਕੀਤਾ ਜਾ ਸਕਦਾ। ਬਟ ਐਕਸੈਪਸ਼ਨਲ ਰੂਲ ਇਹ ਹੈ ਕਿ ਨॉन ਬੇਲੇਬਲ ਕੇਸ ਦੇ ਵਿੱਚ ਵੀ ਬੇਲ ਨੂੰ ਐਜ਼ ਅ ਮੈਟਰ ਆਫ ਰਾਈਟ ਕਲੇਮ ਕੀਤਾ ਜਾ ਸਕਦਾ ਹੈ ਇਫ ਇਟ ਇਜ਼ ਏ ਕੇਸ ਆਫ ਡਿਫਾਲਟ ਬੇਲ, ਇਫ ਇਟ ਇਜ਼ ਏ ਕੇਸ ਆਫ compulsory bail. Default bail, compulsory bail, section 167, section 167 clause 2 CRPC ਦੇ ਵਿੱਚ when the police has miserably failed to file the charge sheet or challan within the stipulated time period, that is 90 days or 60 days ਦੇ ਵਿੱਚ ਅਗਰ ਪੁਲਿਸ ਚਲਾਨ ਜਾਂ ਚਾਰਜ ਸ਼ੀਟ ਕੋਰਟ 'ਚ ਨਹੀਂ ਪੇਸ਼ ਕਰ ਸਕਦੀ, ਉਸ ਤੋਂ ਬਾਅਦ ਦੇ ਵਿੱਚ ਅਰੈਸਟਡ ਪਰਸਨ ਨੂੰ ਇੱਕ ਰਾਈਟ ਮਿਲ ਜਾਂਦਾ ਹੈ ਕਿ ਉਹ ਡਿਫਾਲਟ ਬੇਲ ਕਲੇਮ ਕਰ ਸਕਦਾ ਹੈ। ਔਰ ਉੱਥੇ ਨॉन ਬੇਲੇਬਲ ਆਫੈਂਸ ਦੇ ਕੇਸ ਦੇ ਵਿੱਚ ਵੀ ਦਾ ਪਰਸਨ ਇਜ਼ ਕਲੇਮਿੰਗ ਬੇਲ ਐਜ਼ ਅ ਮੈਟਰ ਆਫ ਰਾਈਟ। ਉਹ ਕਿਹੜੀ ਬੇਲ ਹੈ? that is default bail, that is default bail ਜਾਂ ਇਹਨੂੰ ਕੰਪਲਸਰੀ ਬੇਲ, ਮਤਲਬ ਬੇਲ ਤਾਂ ਮਿਲਣੀ ਹੈ ਕੰਪਲਸਰੀਲੀ, ਇਸ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਠੀਕ ਹੈ ਜੀ। ਇਹ ਹੋ ਗਈ ਆਪਣੀ ਐਕਸੈਪਸ਼ਨ। ਹੁਣ ਇਸ ਪੁਆਇੰਟ ਨੂੰ ਬੜਾ ਧਿਆਨ ਦੇ ਨਾਲ ਸਮਝਿਆ ਜੀ। ਸ਼ੁਰੂ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਬੇਲ ਜਿਹੜਾ ਹੈ ਉਹ ਇੱਕ ਗ੍ਰੇ ਏਰੀਆ ਹੈ। ਗ੍ਰੇ ਏਰੀਆ ਦਾ ਕੀ ਮਤਲਬ ਹੈ ਪਹਿਲਾਂ ਇਹ ਸਮਝੋ। ਦੇਖੋ ਬੇਲ ਗ੍ਰੇ ਏਰੀਆ ਹੈ, ਇਹਦਾ ਮਤਲਬ ਇਹ ਹੈ it totally discretion based है, discretion based है। और जिथे जिथे discretion exercise होंदी है, क्योंकि बेल दे केस दे विच कोई फिक्स्ड पैरामीटर्स नहीं है, कोई स्पेसिफिक और क्लियर गाइडलाइंस नहीं है कि इस केस दे विच बेल मिलेगी और इस केस दे विच बेल नहीं मिलेगी। इसलिए किते ना किते ਸਬਜੈਕਟਿਵਿਟੀ ਟੈਸਟ ਜਿਹੜਾ ਹੈ ਉਹ ਅਪਲਾਈ ਹੁੰਦਾ ਹੈ, ਵਿਚ ਮੀਨਸ ਕਿ ਇੱਕ ਕੇਸ ਦੇ ਵਿੱਚ ਇੱਕ ਜੱਜ ਸਾਹਿਬ ਸੇਮ ਫੈਕਟਸ ਦੇ ਵਿੱਚ ਬੇਲ ਗ੍ਰਾਂਟ ਕਰ ਰਹੇ ਹਨ ਔਰ ਦੂਸਰੇ ਜੱਜ ਸਾਹਿਬ ਸੇਮ ਫੈਕਟਸ ਦੇ ਆਧਾਰ ਤੇ ਬੇਲ ਰਿਫਿਊਜ਼ ਕਰ ਰਹੇ ਹਨ, ਵਿਚ ਮੀਨਸ ਕਿ ਇੱਕ ਜੱਜ ਨੂੰ ਇਹ ਕਾਰਨ ਮਿਲੇ ਕਿ ਬੇਲ ਗ੍ਰਾਂਟ ਹੋ ਸਕਦੀ ਹੈ ਔਰ ਸੇਮ ਫੈਕਟਸ ਤੇ ਦੂਸਰੇ ਜੱਜ ਨੂੰ ਇਹ ਕਾਰਨ ਮਿਲੇ ਕਿ ਬੇਲ ਗ੍ਰਾਂਟ ਨਹੀਂ ਹੋ ਸਕਦੀ। ਇਸ ਲਈ ਇਹਨੂੰ ਆਪਾਂ ਗ੍ਰੇ ਏਰੀਆ ਮੰਨਦੇ ਹਾਂ ਕਿਉਂਕਿ ਇਹਦੇ ਚ ਕੋਈ ਫਿਕਸਡ ਕਲੈਰਿਟੀ ਨਹੀਂ ਹੈ। ਹਾਂ ਉਹ ਇਹ ਜਿਹੜਾ ਗ੍ਰੇ ਏਰੀਆ ਹੈ ਇਹ ਹੋਣਾ ਵੀ ਜ਼ਰੂਰੀ ਹੈ। ਠੀਕ ਹੈ ਜੀ, ਕਿਉਂਕਿ ਹਰ ਕੋਈ ਕੇਸ ਫੈਕਟਸ ਐਂਡ ਸਰਕਮਸਟੈਂਸਿਸ ਦੇ ਡਿਪੈਂਡੈਂਟ ਹੋਏਗਾ। ਹਾਂ ਇੱਕ ਚੀਜ਼ ਦੀ ਜ਼ਰੂਰ ਡਿਮਾਂਡ ਆਉਂਦੀ ਹੈ ਕਿ ਇੱਕ ਬੇਲ ਐਕਟ ਜ਼ਰੂਰ ਬਣਾ ਦਿੱਤਾ ਜਾਵੇ, ਬੇਲ ਐਕਟ ਜਿਹਦੇ ਵਿੱਚ ਕਿਸੇ ਹੱਦ ਤੱਕ ਟੂ ਸਰਟਨ ਐਕਸਟੈਂਟ ਕੁਝ ਗਾਈਡਲਾਈਨਸ
और पैरामीटर्स रख दिते जान कि इन्हां दे आधार ते एटलीस्ट ये चीज़ां दा अंदाजा लग सके कि बेल मिलेगी या नहीं मिलेगी। सो इसलिए इहनूं ग्रे एरिया कहा जाता है। लेकिन ग्रे एरिया समझण दे लई पहला आपां ग्राउंड समझदे हां, ठीक है जी। बेल जिहड़ी है वो किहड़े ग्राउंड्स ते दिती जाएगी या किहड़े ग्राउंड्स ते नहीं दिती जाएगी। आम तौर ते 3 ग्राउंड्स हुंदे हन जिहड़ी कोर्ट कंसीडर करदी है। सब तो पहला तो यह देखा जाता है कि वैदर द अरेस्ट इज लीगल और इलीगल, कि अरेस्ट जिहड़ी है वो इलीगल तो नहीं है, whether it is a case of illegal arrest। सो अगर वो इलीगल अरेस्ट है तो फिर बेल ग्रांट हो जाती है। सो इट इज ए बेसिकली क्वेश्चन ऑफ लॉ, क्वेश्चन ऑफ लॉ कि अरेस्ट लीगल है या इलीगल है, कि जो लीगल स्टैट्यूटरी कंडीशंस हैं उन्होंने पूरा किया गया या नहीं किया गया, कि लॉ नू कंप्लाई किया गया अरेस्ट करन समय या नहीं किया गया, इस चीज नू देखना होंदा है। दूसरा, जे अरेस्ट लीगल भी है कि वो अरेस्ट अनजस्टिफाइड तो नहीं, अनजस्टिफाइड हुण की अरेस्ट करना था एक प्रोसीजर फॉलो करना ठीक सी, पर की अरेस्ट करने पिछे कारण सी कि अरेस्ट सिर्फ इसलिए किया गया कि पुलिस को अरेस्ट करने की पावर सी, या अरेस्ट करने दे लई कुछ पुलिस के कोल रीजन सी, ठीक है जी, कुछ पर्पस सी, जो पर्पस सर्व होएगा उस पर्सन को अरेस्ट करने तो बाद। अगर वो पर्पस नहीं सर्व हो रहा तो इट इज ए केस ऑफ अनजस्टिफाइड अरेस्ट। सो एक फैक्टर ये भी देखा जाएगा, और दिस इज ए क्वेश्चन ऑफ फैक्ट कि अरेस्ट जस्टिफाइड है या अनजस्टिफाइड है। और तीसरा कि फर्दर जेडी कस्टडी है या फर्दर डिटेंशन है वो जस्टिफाइड है या नहीं है। फर्दर डिटेंशन अनजस्टिफाइड तो नहीं कि चलो अरेस्ट कर लिया लेकिन हुण उस पर्सन नू कंटिन्यूसली कन्फाइनमेंट दे रखन दे नाल कोई पर्पस सर्व हो रहा है, कि कोई रीजन है कि उन्होंने बेल ना दी जाए, कि कोई इदा दा कारण है जिहदे नाल ओदी कंटिन्यूड अरेस्ट जिहड़ी है ओदी कंटिन्यूड कस्टडी और जस्टिफाइड होवे। इस चीज नू भी कोर्ट ध्यान च रखेगी। सो इन्हां ग्राउंड्स नू, इन्हां क्वेश्चन ऑफ लॉ और क्वेश्चन ऑफ फैक्ट्स नू कंसिडर करते हुए ही कोर्ट ये डिसाइड करती है कि अरेस्ट करनी, बेल ग्रांट करनी चाहिए है या बेल नहीं ग्रांट करनी चाहिए। इत्थे आपां नूं अंदाजा हो जाता है कि किवें ये चीज़ां किते ना किते ग्रे एरिया होने दे विच कंट्रीब्यूट करदियां हन। ठीक है जी, फिर आपां अगे चलदे हैं। बेल दा आर्टिकल 20 दे नाल की ताल्लुक है? ताल्लुक जी बहुत ज्यादा है। रैदर आई वुड से कि बेल दा ओरिजिन ही आर्टिकल 21 तो होया है। हुण बेल दा ओरिजिन समझण दे लई आपां नूं पहला ये समझना पएगा कि आर्टिकल 21 है की। असल च आर्टिकल 21 ये कहता है कि ਆਪਾਂ आर्टिकल 21 जो कि एक फंडामेंटल राइट है, इन्हों आप दो पार्ट से डिवाइड करते हैं। एक तो है नो पर्सन शैल बी डिप्राइव्ड ऑफ हिज लाइफ एंड पर्सनल लिबर्टी। ठीक है जी, तो पर्सनल लिबर्टी मिल गई, ये ओदा राइट है। अगो दूसरा पार्ट है एक्सेप्ट प्रोसीजर एस्टैब्लिश्ड बाय लॉ। ਇਹਦਾ मतलब दूसरा प्रोसीजर एस्टैब्लिश्ड बाय लॉ। हुण ਇਹਦਾ मतलब ये है कि पर्सनल लिबर्टी अपना एक फंडामेंटल राइट है। किसी भी पर्सन नू अगर अरेस्ट किया जाता है तो सब तो पहला ओदी पर्सनल लिबर्टी मतलब आर्टिकल 21 जिहड़ा है वो खतरे च आ जाता है। ठीक है, वो खतरे च आ जाता है आर्टिकल 21। और इसलिए आम तौर पे मतलब जनरल रूल है कि उन्होंने अरेस्ट नहीं किया जाएगा। इसलिए आप मानते हैं कि बेल इज रूल और जेल इज एन एक्सेप्शन। हुण इहनूं समझो, हुण फिर की अरेस्ट कर ही नहीं सकती पुलिस कि हर केस दे विच जो एक्यूज्ड पर्सन है वो आर्टिकल 21 की डिसगाइज दे विच अपनी अरेस्ट इवेड करेगा? नॉट, वो भी जरूरी है देखना। एक्सेप्शन है प्रोसीजर एस्टैब्लिश्ड बाय लॉ।
ਹੁਣ ਲਾਅ ਕਿਹੜਾ ਹੈ सीआरपीसी। सीआरपीसी ਦੇ ਵਿੱਚ ਇੱਕ ਚੀਜ਼ ਬੜੀ ਕਲੀਅਰ ਹੈ ਕਿ ਪਾਵਰ ਟੂ ਅਰੈਸਟ ਇਜ਼ ਵਨ ਥਿੰਗ, ਕਿ ਪੁਲਿਸ ਨੂੰ ਪਾਵਰ ਹੈ ਕਿ ਉਹ ਅਰੈਸਟ ਕਰ ਸਕਦੀ ਹੈ, ਲੇਕਿਨ ਜਸਟੀਫਿਕੇਸ਼ਨ ਆਫ ਅਰੈਸਟ ਇਜ਼ ਅਨਦਰ ਥਿੰਗ, ਕਿ ਅਰੈਸਟ ਕਰਨਾ ਜ਼ਰੂਰੀ ਹੈ ਜਾਂ ਨਹੀਂ ਹੈ, ਇਹ ਇੱਕ ਅਲੱਗ ਕੰਸੈਪਟ ਹੈ। ਉਸੇ ਤਰੀਕੇ ਨਾਲ ਸਮਝੋ ਕਿ सीआरपीसी ਚ ਜੋ ਗਾਈਡਲਾਈਨਸ ਦਿੱਤੀਆਂ ਗਈਆਂ ਹਨ, ਜੋ ਵੀ ਗਰਾਊਂਡਸ ਆਪਾਂ ਨੂੰ ਦੱਸੇ ਗਏ ਹਨ ਕਿ ਇੱਥੇ ਅਰੈਸਟ ਹੋ ਸਕਦੀ ਹੈ, ਕਿ ਉਹ ਅਰੈਸਟ ਜਸਟੀਫਾਈਡ ਹੈ। ਅਗਰ ਤਾਂ ਉਹ ਅਰੈਸਟ ਜਸਟੀਫਾਈਡ ਹੈ, ਫਿਰ ਤਾਂ ਅਰੈਸਟ ਕੀਤੀ ਜਾ ਸਕਦੀ ਹੈ। ਇਹਦਾ ਮਤਲਬ ਫਿਰ ਆਰਟੀਕਲ 21 ਵਾਇਲੇਟ ਨਹੀਂ ਹੋ ਰਿਹਾ। ਜਸਟੀਫਾਈਡ ਅਰੈਸਟ ਦੇ ਵਿੱਚ ਆਰਟੀਕਲ 21 ਨਹੀਂ ਹੋ ਰਿਹਾ, ਔਰ ਅਨਜਸਟੀਫਾਈਡ ਇਲੀਗਲ ਅਰੈਸਟ ਦੇ ਵਿੱਚ ਆਰਟੀਕਲ 21 ਆਪਣਾ ਫੰਡਾਮੈਂਟਲ ਰਾਈਟ ਜਿਹੜਾ ਹੈ ਉਹ ਕਿਤੇ ਨਾ ਕਿਤੇ ਵਾਇਲੇਟ ਹੋ ਰਿਹਾ ਹੈ, ਉਹ ਕਿਤੇ ਨਾ ਕਿਤੇ ਕੰਪਰੋਮਾਈਜ਼ ਹੋ ਰਿਹਾ ਹੈ। ਠੀਕ ਹੈ ਜੀ, ਆਈ ਹੋਪ ਇੱਥੋਂ ਤੱਕ ਤੁਹਾਨੂੰ ਸਮਝ ਆ ਗਿਆ। ਇਹਦਾ ਮਤਲਬ ਇਹ ਹੈ ਕਿ ਅਰੈਸਟ ਦਾ ਲਾਅ ਔਰ ਬੇਲ ਦਾ ਲਾਅ ਕਾਫੀ ਹੱਦ ਤੱਕ ਇੰਟਰਕਨੈਕਟਡ ਹੈ। ਇਹਦਾ ਮਤਲਬ ਇਹ ਹੈ ਕਿ ਅਰੈਸਟ ਦਾ ਲਾਅ ਔਰ ਬੇਲ ਦਾ ਲਾਅ ਆਰਟੀਕਲ 21 ਤੋਂ ਹੀ ਇਹਦਾ ਸੋਰਸ ਬਣਦਾ ਹੈ, ਇਹਦਾ ਜੀਨਸ ਹੈ। ਇਸ ਚੀਜ਼ ਨੂੰ ਆਪਾਂ ਕਲੀਅਰਲੀ ਸਮਝ ਲੈਂਦੇ ਹਾਂ। ਹੁਣ ਕੋਰਟ ਨੇ ਇੱਕ बैलेंस स्ट्राइक करना है। की बैलेंस स्ट्राइक करना है? कोर्ट ने देखना है कि अगर अरेस्ट हो रही है तो राइट ऑफ सोसाइटी इन्वेस्टिगेटिंग एजेंसी ਉਹ ਤਾਂ ਨਹੀਂ ਕਿਤੇ ਵਾਇਲੇਟ ਹੋ ਰਿਹਾ, ਵਿਚ ਮੀਨਸ ਕਿ ਅਗਰ ਅਰੈਸਟ ਹੋ ਰਹੀ ਹੈ ਤੇ ਉਹਦੇ ਪਿੱਛੇ ਗਰਾਊਂਡ ਇਹ ਹੋਣਾ ਚਾਹੀਦਾ ਹੈ ਕਿ ਜੋ ਕਿਸੇ ਵਿਕਟਮ ਦਾ ਰਾਈਟ ਹੈ, ਜੋ ਇੱਕ ਇਨਵੈਸਟੀਗੇਟਿੰਗ ਏਜੰਸੀ ਦਾ ਇਨਵੈਸਟੀਗੇਸ਼ਨ ਕਰਨ ਦਾ ਰਾਈਟ ਹੈ, ਜੋ ਇੱਕ ਐਗਰੀਵਡ ਪਰਸਨ ਔਰ ਸੋਸਾਇਟੀ ਦਾ ਰਾਈਟ ਟੂ ਜਸਟਿਸ ਹੈ, ਉਹ ਵੀ ਜ਼ਰੂਰੀ ਹੈ। ਸੋ ਉਹ ਜ਼ਰੂਰੀ ਹੈ, ਇਸ ਲਈ ਅਰੈਸਟ ਹੋ ਰਹੀ ਹੈ, ਇਸ ਲਈ ਅਰੈਸਟ ਜਸਟੀਫਾਈਡ ਹੈ। ਲੇਕਿਨ ਨਾਲ ਦੀ ਨਾਲ ਇਹ ਵੀ ਦੇਖਣਾ ਹੈ ਕਿ ਜਦੋਂ ਅਰੈਸਟ ਕੀਤਾ ਜਾ ਰਿਹਾ ਹੈ, ਕਿਉਂਕਿ ਪਰਸਨਲ ਲਿਬਰਟੀ ਜਿਹੜੀ ਹੈ ਉਹ ਕੰਪਰੋਮਾਈਜ਼ ਹੋ ਰਹੀ ਹੈ, ਫੰਡਾਮੈਂਟਲ ਰਾਈਟ ਕਿਤੇ ਨਾ ਕਿਤੇ ਕੰਪਰੋਮਾਈਜ਼ ਹੋ ਰਿਹਾ ਹੈ। ਸੋ ਇਹ ਦੇਖਿਆ ਜਾਏਗਾ ਕਿ ਕੀ ਅਰੈਸਟ ਜਿਹੜੀ ਹੈ ਉਹ ਜਸਟੀਫਾਈਡ ਹੈ ਜਾਂ ਨਹੀਂ ਹੈ। ਇਸੇ ਹੀ ਆਧਾਰ ਤੇ ਬੇਸਿਕਲੀ ਆਰਟੀਕਲ 21 ਦੇ ਬੇਸਿਸ ਤੇ ਇਸ ਚੀਜ਼ ਨੂੰ ਬੈਲੈਂਸ ਕੀਤਾ ਜਾਏਗਾ ਕਿ ਉਹ ਪਲੜਾ ਕਿਹੜੀ ਤਰਫ ਭਾਰੀ ਹੈ। ਉਹ ਪਲੜਾ ਵਿਕਟਮ ਦੀ ਤਰਫ, ਉਹ ਪਲੜਾ ਪ੍ਰੋਸੀਕਿਊਸ਼ਨ ਦੀ ਤਰਫ, ਉਹ ਪਲੜਾ ਪੁਲਿਸ ਦੀ ਤਰਫ ਭਾਰੀ ਹੈ, ਜਾਂ ਉਹ ਐਕਿਊਜ਼ਡ ਦੀ ਤਰਫ ਭਾਰੀ ਹੈ। ਸੋ ਦਿਸ ਇਜ਼ ਦੀ ਰਿਲੇਸ਼ਨਸ਼ਿਪ ਆਫ law of arrest and bail on one hand and fundamental right under article 21 on another hand. I hope ਇਹ ਚੀਜ਼ ਵੀ ਤੁਹਾਨੂੰ ਕਲੀਅਰ ਹੋ ਚੁੱਕੀ ਹੋਏਗੀ। ਫਿਰ ਇੱਕ ਕੰਮ ਦੀ ਚੀਜ਼ ਇਹ ਹੈ ਕਿ ਬੇਲੇਬਲ ਔਰ ਨॉन ਬੇਲੇਬਲ ऑफेंसेस ਦੇ ਬਾਰੇ ਕਈ ਵਾਰ ਇੱਕ ਸਟ੍ਰੇਟ ਵੇ ਕੁਐਸਚਨ ਆ ਜਾਂਦਾ ਕਿ ਜੀ ਦੱਸੋ ਆ ਆਫੈਂਸ ਬੇਲੇਬਲ ਹੈ ਜਾਂ ਨਹੀਂ ਬੇਲੇਬਲ। ਅੱਜ ਤੱਕ ਜਿੰਨੇ ਵੀ ਆਫੈਂਸਿਸ ਦੇ ਬਾਰੇ ਇਹ ਪੁੱਛਿਆ ਗਿਆ ਹੈ ਉਹਨਾਂ ਨੂੰ ਇੱਥੇ ਮੈਂ ਇਲਸਟ੍ਰੇਟ ਕਰਤਾ ਹੈ ਕਿ ਇਹਨਾਂ ਆਫੈਂਸਿਸ ਦੇ ਸਵਾਲ ਪੁੱਛੇ ਗਏ ਹਨ। ਇਹ ਤੁਸੀਂ ਧਿਆਨ ਆਪਣੇ ਨਾਲ ਪੜ ਸਕਦੇ ਹੋ, ਆਪਣੇ ਧਿਆਨ ਚ ਰੱਖ ਲਓ ਕਿ ਇਹਨਾਂ ਤੇ ਅੱਜ ਤੱਕ ਸਵਾਲ ਆਏ ਹਨ कि ये बेलेबल है या ये ऑफेंस बेलेबल नहीं है। ठीक है जी। फिर नेक्स्ट, रिजेक्शन ऑफ बेल एंड कैंसलेशन ऑफ बेल। यूजुअली इनू कंफ्यूज किया जाता है, बट ये दोनों डिफरेंट कंसैप्ट्स हैं। इन्हां नूं समझण लई पहला आपां ये देखते हैं कि जिहड़ा रिजेक्शन ऑफ बेल है ये बेसिकली रिजेक्शन ऑफ बेल एप्लीकेशन है। ठीक है। हुण अगर आप स्टेज वाइज गल करिए, कोई परसन अरेस्ट हो गया, वो अरेस्ट हो गई, अरेस्ट तो बाद उन्होंने बेल ही अप्लाई करता, बेल अप्लाई की लेकिन कोर्ट ने बेल देने तो मना करता, इसका मतलब बेल एप्लीकेशन डिसमिस हो गई। दिस इज ए केस ऑफ रिजेक्शन ऑफ अरेस्ट। इसका मतलब रिजेक्शन ऑफ बेल का की मतलब है, अरेस्ट हुई पहली स्टेज, दूसरी स्टेज ते एप्लीकेशन आई, तीसरी स्टेज ते क्योंकि वो एप्लीकेशन डिसमिस हो गई, द पर्सन रिमेन्स बिहाइंड द बार्स। दूसरा कंसेप्ट है कैंसलेशन ऑफ बेल। कैंसलेशन ऑफ बेल का मतलब यह है कि हुण पर्सन अरेस्ट होया, पर्सन ने बेल एप्लीकेशन लगाई और उसकी बेल एप्लीकेशन अलाउ हो गई,
ਉਹਨੂੰ ਬੇਲ ਤੇ ਰਿਲੀਜ਼ ਕਰ ਦਿੱਤਾ ਗਿਆ, ਲੇਕਿਨ ਇਸ ਤੋਂ ਬਾਅਦ ਕੀ ਹੋਇਆ, ਬੇਲ ਜੰਪਿੰਗ ਹੋ ਗਈ, या याद रखना बेल जंपिंग होगी, या उन्हें कुछ कंडीशंस नू वायलेट कीता, इन दैट केस की होएगा कि पहला था ओदी बेल कैंसल हो जाएगी, दिस इज द स्टेज ऑफ कैंसलेशन ऑफ बेल। और सिर्फ बेल कैंसल नहीं होएगी, बेल कैंसल होने दे नाल इमीडिएटली ही शैल बी री-अरेस्टेड। सो ਇਹਦਾ मतलब फोर्थ स्टेज द अक्यूज्ड इज री-अरेस्टेड। ਇਹਦਾ मतलब ਉਹ द्वार तो फिर तो वो बिहाइंड बार्स चला गया, फिर तो ठीक है जी, ये चीज समझ आ गई। ओके, नेक्स्ट इज द पावर टू ग्रांट बेल। आम तौर पर आप ये समझते हैं कि पुलिस का काम है अरेस्ट करना और कोर्ट का काम है जमानत देना, बेल ग्रांट करना। पर हाँ ठीक है, तुसी भी ठीक हो, लेकिन अंडर एक्सेप्शनल सरकमस्टांसिस पुलिस नू लॉ वालों पावर दी गई है कि वो भी बेल ग्रांट कर सकती है। ठीक है जी, पावर जनरली तो नो डाउट एक कोर्ट और मैजिस्ट्रेट दे कोल ही है, लेकिन अंडर एक्सेप्शनल केसेस ये पावर पुलिस कोल भी है। फॉर एग्जांपल सैक्शन 436 दे विच जिहड़ी बेल है वो कोर्ट भी दे सकती है और पुलिस भी दे सकती है। फॉर एग्जांपल सैक्शन 437 क्लॉज 2 दे विच पुलिस कोल पावर है कि वो नॉन बेलेबल ऑफेंसेस दे लई, देखो 436 वाज ए केस ऑफ बेलेबल ऑफेंस, लेकिन 437 क्लॉज 2 वो नॉन बेलेबल ऑफेंस दे लई, नॉन बेलेबल ऑफेंस दे लई पुलिस को पावर है कि वो ड्यूरिंग द स्टेज ऑफ इन्वेस्टिगेशन, इंक्वायरी या ट्रायल अरेस्टेड पर्सन नू बेल ते रिलीज कर सकती है, अरेस्टेड पर्सन बेल ते रिलीज किया जा सकता है। ठीक है जी, हुण है कि पीरियड ऑफ लिमिटेशन की गल कर रहे सी आपां कि बेल ग्रांट करन दे लई कि या बेल दी एप्लीकेशन मूव करन दे लई कोई स्पैसिफिक टाइम पीरियड है कि अरेस्ट होने तो कितनी देर बाद बेल दी एप्लीकेशन लगाई जाए। इहदे लई याद रखना देयर इज नो पीरियड ऑफ लिमिटेशन, नो स्पैसिफिक पीरियड ऑफ लिमिटेशन। उहदा कारण की है, उहदा कारण यह है आपां ये मनदे हां कि आम तौर पर पीरियड ऑफ लिमिटेशन कदों राइज होंदा, जो कॉज ऑफ एक्शन राइज होंदा है, लेकिन अरेस्ट के केस ते आपां ये मनदे हां कि कॉज ऑफ एक्शन कीप ऑन अराइजिंग ईच पासिंग डे, हर एक दिन नवा कॉज ऑफ एक्शन अराइज हो रहा है, विच मीनस कि कॉज ऑफ एक्शन लगातार आई जा रहा है। इसलिए इनू तुसी पीरियड ऑफ लिमिटेशन के कंसैप्ट दे विच बाइंड नहीं कर सकते कि इन्ने दिन बाद तुसी एप्लीकेशन मूव कर सकते हो या इन्ने दिन बाद तुसी एप्लीकेशन मूव नहीं कर सकते। सो नो पीरियड ऑफ लिमिटेशन। हुण इहदे नाल ही दूसरा कंसैप्ट है कि अगर एक बार अगर बेल एप्लीकेशन डिसमिस हो जाए तो कितनी देर बाद लगानी है। अगेन द आंसर हैज ऑलरेडी बीन डिस्कस कि क्योंकि पीरियड ऑफ लिमिटेशन अराइज हो ही जा रहा है, इसलिए तुसी बाद दे विच जदों मर्जी लगा सकते हो। मैं तो इत्थों तक कहांगा कि इहदे विच भी कोई पीरियड ऑफ लिमिटेशन नहीं है, रैदर अगर अज डिसमिस हुई है कल भी लगाई जा सकती है, परसों भी लगाई जा सकती है। देयर इज नो स्पेसिफिक गैप आफ्टर विच द फर्दर बेल एप्लीकेशन हैज टू बी मूव्ड, जदों मर्जी लगाई जा सकती है। ठीक है जी, हुण कितनी बार लगाई जा सकती है, अगेन कोई फिक्स नंबर ही नहीं है, नो फिक्स नंबर, नो फिक्स नंबर। इसका मतलब यह है कि जिन्नी मर्जी बार एप्लीकांट मतलब जिहड़ा एक्यूज्ड है वो एप्लीकेशन एन नंबर ऑफ टाइम मूव कर सकता है, कोई नंबर नहीं है। ये कोर्ट ने देखना है कि बेल कदों ग्रांट करनी बनती है और कदों ग्रांट नहीं करनी बनती। हुण टाइप्स ऑफ बेल ते आने हैं। ठीक है जी, बेल दिया कुछ टाइप्स होंदियां हैं, कुछ कैटागरीज हैं। इनू समझने लई 4 टाइप्स है। पहली है अपनी रेगुलर बेल, ठीक है जी, फिर आ गया अपनी इंटरिम बेल, फिर एंटीसिपेटरी बेल और फिर डिफॉल्ट बेल।
ਇਹਨੂੰ ਆਪਾਂ ਇੱਥੋਂ ਸਮਝਦੇ ਹਾਂ। ਰੈਗੂਲਰ ਬੇਲ ਦਾ ਮਤਲਬ ਹੈ ਕਿ ਜਿਹੜਾ ਪਰਸਨ ਹੈ, ਜਿਹੜਾ ਅਰੈਸਟਡ ਪਰਸਨ ਹੈ, ਉਹ ਪੁਲਿਸ ਜਾਂ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੈ ਔਰ ਵਾਈਲ ਇਨ ਕਸਟਡੀ ਉਹ ਬੇਲ ਅਪਲਾਈ ਕਰ ਰਿਹਾ ਹੈ। ਔਰ ਫॉर एग्जांपल ਸੈਕਸ਼ਨ 437 ਦੇ ਵਿੱਚ ਰੈਗੂਲਰ ਬੇਲ, 439 ਦੇ ਵਿੱਚ ਰੈਗੂਲਰ ਬੇਲ ਦੀ ਐਪਲੀਕੇਸ਼ਨ ਮੂਵ ਹੁੰਦੀ ਹੈ। ਇਹਨਾਂ ਵਿੱਚ ਕੋਰਟ ਕੋਲ ਪਾਵਰ ਹੈ ਕਿ ਉਹ ਰੈਗੂਲਰ ਬੇਲ ਗ੍ਰਾਂਟ ਕਰ ਸਕਦੀ ਹੈ। ਫਿਰ ਆ ਗਿਆ ਇੰਟਰਿਮ ਬੇਲ। ਇੰਟਰਿਮ ਬੇਲ ਤੋਂ ਪਹਿਲਾਂ ਆਪਾਂ ਐਂਟੀਸਪੇਟਰੀ ਬੇਲ ਪੜ੍ਹਦੇ ਹਾਂ। ਐਂਟੀਸਪੇਟਰੀ ਬੇਲ ਬੇਸਿਕਲੀ ਸੈਕਸ਼ਨ 438 ਦੇ ਵਿੱਚ ਪਾਵਰ ਹੈ ਕਿਹਦੇ ਕੋਲ? ਹਾਈ ਕੋਰਟ ਐਂਡ ਕੋਰਟ ਆਫ ਸੈਸ਼ਨ ਦੇ ਕੋਲ ਐਂਟੀਸਪੇਟਰੀ ਬੇਲ ਗ੍ਰਾਂਟ ਕਰਨ ਦੀ ਪਾਵਰ ਹੈ। ਇਟ ਇਜ਼ ਇਨ ਦੀ ਐਂਟੀਸਿਪੇਸ਼ਨ ਆਫ ਅਰੈਸਟ which means the person has not been arrested at the time of moving application। ठीक है जी। एंटीसिपेटरी बेल इज ऑलवेज फॉर नॉन बेलेबल ऑफेंसेस, याद रखना, क्योंकि बेलेबल ऑफेंसेस ਦੇ ਲਈ ਤੁਹਾਨੂੰ ਬੇਲ ਮਿਲ ਹੀ ਜਾਣੀ ਹੈ। ਸੋ ਐਂਟੀਸਿਪੇਟਰੀ ਬੇਲ ਨॉन बेलेबल ऑफेंसेस ਦੇ ਲਈ ਹੁੰਦੀ ਹੈ। 438 ਔਰ ਹਾਈ ਕੋਰਟ ਔਰ ਕੋਰਟ ਆਫ ਸੈਸ਼ਨ ਦੇ ਕੋਲ ਇਹਦੀ ਪਾਵਰ ਹੈ। फिर आने आप डिफॉल्ट बेल थे। डिफॉल्ट बेल जो कि सैक्शन 167 क्लॉज 2 ਦੇ ਵਿੱਚ ਹੈ। डिफॉल्ट बेल ਜਿਹਨੂੰ कंपलसरी बेल भी किया जाता है। डिफॉल्ट बेल ਦਾ नाम क्यों है? बिकॉज दिस इज बिकॉज ऑफ द डिफॉल्ट ऑफ द पुलिस टू present the charge sheet within 60 or 90 days as the case may be। कंपलसरी बेल भी इसलिए किया जाता है। ये बेसिकली ਇਨਵੈਸਟੀਗੇਸ਼ਨ ਸਟੇਜ ਤੇ, ਇਨਵੈਸਟੀਗੇਸ਼ਨ ਦੀ ਸਟੇਜ ਤੇ ਇਸ ਬੇਲ ਦਾ ਕੁਐਸਚਨ ਅਰਾਈਜ਼ ਹੁੰਦਾ ਹੈ, ਯਾਦ ਰੱਖਣਾ। ਫਿਰ ਇੰਟਰਿਮ ਬੇਲ। ਇੰਟਰਿਮ ਬੇਲ ਦੇ ਬਾਰੇ ਅਗਰ ਪੁੱਛਿਆ ਜਾਵੇ ਕਿ ਕਿਹੜੀ ਪ੍ਰੋਵੀਜ਼ਨ ਦੇ ਅੰਡਰ ਹੈ, ਇੰਟਰਿਮ ਬੇਲ ਜਿਹੜੀ ਹੈ ਉਹਦੀ ਕੋਈ ਪ੍ਰੋਵੀਜ਼ਨ ਨਹੀਂ ਹੈ। ਇਹ ਅਸਲ ਦੇ ਵਿੱਚ ਕੋਰਟ ਦੀ ਇਨਹੈਰੈਂਟ ਪਾਵਰ ਹੈ ਜਿਹਦੇ ਅੰਡਰ ਉਹ ਇੰਟਰਿਮ ਬੇਲ ਗ੍ਰਾਂਟ ਕਰ ਰਹੀ ਹੈ। ਇੰਟਰਿਮ ਬੇਲ ਦਾ ਮਤਲਬ ਹੈ ਕਿ ਬੇਲ ਫॉर द टाइम बीइंग, मतलब ਟੈਂਪਰੇਰੀਲੀ ਬੇਲ ਤੇ ਛੱਡਿਆ ਜਾ ਰਿਹਾ ਹੈ ਉਦੋਂ ਤੱਕ ਜਦੋਂ ਤੱਕ ਬੇਲ ਦੀ ਐਪਲੀਕੇਸ਼ਨ ਨੂੰ ਫਾਈਨਲੀ ਡਿਸਾਈਡ ਨਹੀਂ ਕੀਤਾ ਜਾ ਰਿਹਾ। ਠੀਕ ਹੈ ਜੀ। ਸੋ ਦ ਵਰਡ ਇੰਟਰਿਮ ਮੀਨਸ ਓਨਲੀ ਫॉर द टाइम बीइंग, ਰਾਈਟ। ਇੰਟਰਿਮ ਬੇਲ ਜਿਹੜੀ ਹੈ ਉਹ ਰੈਗੂਲਰ ਬੇਲ ਔਰ ਐਂਟੀਸਿਪੇਟਰੀ ਬੇਲ, ਰੈਗੂਲਰ ਬੇਲ ਔਰ ਐਂਟੀਸਿਪੇਟਰੀ ਬੇਲ ਦੋਨਾਂ ਦੀ ਐਪਲੀਕੇਸ਼ਨ, ਦੋਨਾਂ ਦੀ ਮੇਨ ਐਪਲੀਕੇਸ਼ਨ ਦੀ ਪੈਂਡੈਂਸੀ ਦੇ ਦੌਰਾਨ ਗ੍ਰਾਂਟ ਕੀਤੀ ਜਾ ਸਕਦੀ ਹੈ, ਰਾਈਟ। ਹੁਣ ਅੱਗੇ, ਹੁਣ ਆਪਾਂ ਇਹ ਤਾਂ ਡਿਸਕਸ ਕਰ ਲਿਆ ਬੇਲੇਬਲ ਦਾ ਕੀ ਮਤਲਬ ਹੈ, ਨॉन ਬੇਲੇਬਲ ਦਾ ਕੀ ਹੈ। ਹੁਣ ਸਾਨੂੰ ਪਤਾ ਕਿਵੇਂ ਚੱਲੇ ਕਿ ਕੋਈ ਅਫੈਂਸ ਬੇਲੇਬਲ ਹੈ, ਕੋਈ ਅਫੈਂਸ ਬੇਲੇਬਲ ਨਹੀਂ ਹੈ। ਦੇਖੋ ਉਹਨੂੰ ਪਤਾ ਕਰਨ ਦੇ ਲਈ ਸਾਡੇ ਕੋਲ ਗਾਈਡਿੰਗ ਲਾਈਟ ਹੈ ਸ਼ਡਿਊਲ 1। ਸ਼ਡਿਊਲ 1 ਜੋ ਕਿ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ, ਉਹ ਚ ਕਲਾਸੀਫਿਕੇਸ਼ਨ ਆਫ ਅਫੈਂਸਿਸ ਹੈ। ਸ਼ਡਿਊਲ 1 ਦੇ ਵਿੱਚ ਇਸ ਤਰੀਕੇ ਦੇ ਨਾਲ ਕਾਲਮ ਬਣੇ ਹੋਏ ਹੈ। ਠੀਕ ਹੈ ਜੀ। ਸ਼ਡਿਊਲ 1 ਦੇ ਵਿੱਚ ਜਦੋਂ ਆਪਾਂ ਇਸ ਕਾਲਮ ਤੇ ਆਵਾਂਗੇ, ਇੱਥੇ ਆਪਾਂ ਨੂੰ ਪਤਾ ਲੱਗਦਾ ਹੈ 4th ਕਾਲਮ ਤੇ ਕਿ ਵੈਦਰ ਦੀ offense is bailable or non bailable। ਸੋ ਇਸ ਕਾਲਮ ਤੋਂ ਪਤਾ ਚੱਲਦਾ ਹੈ। ਲੇਕਿਨ ਸ਼ਡਿਊਲ 1 ਜਿਹੜਾ ਹੈ ਐਕਚੁਅਲੀ ਉਹਦੇ ਦੋ ਪਾਰਟਸ ਹਨ। ਪਾਰਟ 1 ਜਿਹੜਾ ਕਿ ਆਈਪੀਸੀ offenses ਦੀ ਕਲਾਸੀਫਿਕੇਸ਼ਨ ਨਾਲ ਡੀਲ ਕਰਦਾ ਹੈ। ਆਈਪੀਸੀ ਦੇ ਵਿੱਚ ਜਿੰਨੇ offenses ਹਨ ਉਹ ਬੇਲੇਬਲ ਹਨ ਜਾਂ ਨਾਨ ਬੇਲੇਬਲ ਹਨ, ਉਹ ਆਪਾਂ ਨੂੰ ਪਤਾ ਚੱਲੇਗਾ। ਔਰ ਪਾਰਟ 2 ਕਰਦਾ ਹੈ ਨॉन ਆਈਪੀਸੀ offenses ਦੇ ਨਾਲ। ਪਰ ਨॉन ਆਈਪੀਸੀ offenses ਦੇ ਲਈ ਪਾਰਟ 2 ਕਦੋਂ ਅਪਲਾਈ ਕਰੇਗਾ, ਪਹਿਲਾਂ ਆਪਾਂ ਇਹਨੂੰ ਸਮਝ ਲੈਂਦੇ ਹਾਂ। ਨॉन ਆਈਪੀਸੀ offenses ਦੇ ਵਿੱਚ ਉਦੋਂ ਹੀ ਲੱਗੇਗਾ ਜਦੋਂ ਕੋਈ ਪਾਰਟਿਕੂਲਰ ਨॉन ਆਈਪੀਸੀ offense ਯਾਨੀ ਸਪੈਸ਼ਲ ਲਾਅ ਜਾਂ ਲੋਕਲ ਲਾਅ ਜਿੱਥੇ ਵੀ ਉਹ ਦਿੱਤਾ ਗਿਆ ਹੈ ਉੱਥੇ ਇਹ ਚੀਜ਼ ਕਲਾਸੀਫਾਈ ਨਹੀਂ ਕੀਤੀ ਗਈ ਕਿ ਉਹ offense ਬੇਲੇਬਲ ਹੈ ਜਾਂ ਨॉन ਬੇਲੇਬਲ ਹੈ। ਸੋ देयर इज नो स्पेसिफिक क्लासिफिकेशन अंडर दैट वेरी लॉ। फिर पार्ट 2 ਅਪਲਾਈ ਹੋਏਗਾ। ਔਰ ਪਾर्ट 2 ਦੇ ਕੀ ਰੂਲਸ ਹੈ, ਆਪਾਂ ਬੇਸਿਕਲੀ ਦੇਖਾਂਗੇ ਕੁਆਂਟਮ ਆਫ ਸੈਂਟੈਂਸ। ਅਗਰ ਤਾਂ ਉਹ offense ਹੈ ਜਿਹੜਾ ਕਿ ਡੈਥ ਪੈਨਲਟੀ ਜਾਂ ਲਾਈਫ ਇੰਪ੍ਰਿਜ਼ਨਮੈਂਟ ਜਾਂ ਜਿਹਦੀ ਸਜ਼ਾ 7 ਸਾਲ ਤੋਂ ਉੱਪਰ ਹੈ ਉਹ ਨॉन ਬੇਲੇਬਲ ਮੰਨੇ ਜਾਣਗੇ।
दूसरा है अगर कोई भी ऑफेंस जिसकी सजा 7 साल और 3 साल तक है, ठीक है जी, वो भी नॉन बेलेबल मन्ने जाएंगे। तीसरा है अगर कोई भी ऑफेंस जिसकी सजा 3 साल तो घट है वो बेलेबल मन्निया जाएगा। सो दिस इज द क्लासिफिकेशन ऑफ नॉन आईपीसी ऑफेंसेस when they have not been specifically classified elsewhere। ठीक है जी, ਹੁਣ ਇੱਥੋਂ ਆਪਾਂ ਨੂੰ ਪਤਾ ਚੱਲ ਗਿਆ ਸ਼ਡਿਊਲ 1 ਤੋਂ। ਨੈਕਸਟ, ਬੇਲ ਨਾਲ ਡੀਲ ਕਰਦਿਆਂ ਰੈਲੇਵੈਂਟ ਪ੍ਰੋਵੀਜ਼ਨਸ ਕਿਹੜੀਆਂ ਹਨ? ਆਮ ਤੌਰ ਤੇ ਸਾਨੂੰ ਲੱਗਦਾ ਜੀ ਬੇਲ ਨਾਲ ਡੀਲ ਕਰਦੀ ਪ੍ਰੋਵੀਜ਼ਨ ਚੈਪਟਰ 33 436 ਤੋਂ 450 ਤੱਕ, ਬਟ ਦਿਸ ਇਜ਼ ਨਾਟ ਦ ਕੇਸ। ਬੇਲ ਨਾਲ ਡੀਲ ਕਰਦਿਆਂ ਹੋਰ ਬਹੁਤ ਸਾਰੀਆਂ ਪ੍ਰੋਵੀਜ਼ਨ ਹਨ। ਹੁਣ ਠੀਕ ਹੈ, ਮੇਨ ਜਿਹੜੀਆਂ ਪ੍ਰੋਵੀਜ਼ਨ ਹਨ ਉਹ ਚੈਪਟਰ 33 ਦੇ ਵਿੱਚ 436 ਟੂ 450 ਹਨ। ठीक है जी, ये डील करती है बेल एंड बेल बॉन्ड्स, लेकिन होर भी बहुत सारी प्रोविजन हैं जिवें कि सैक्शन 439 जो कि बेल ग्रांट की जाती है बाय एपीलेट कोर्ट। ठीक है जी, एपीलेट कोर्ट मतलब एपीलांट जिहड़ा है, जिहड़ी एपीलेट कोर्ट है वो बेल ग्रांट करेगी। कदों करेगी? आफ्टर दी सस्पेंशन ऑफ सेंटेंस। सेंटेंस नू सस्पेंड करने तो बाद, ये बेसिकली पोस्ट कन्विक्शन स्टेज होंदी है। ये आम तौर पर ना पोस्ट कन्विक्शन स्टेज है। इसका एक तुहानू बेयर आइडिया दे रहा है। 439 एपीलेंट कोर्ट करेगी और वो सस्पेंशन ऑफ सेंटेंस तो बाद विच करेगी। फिर 169 असल दे 169 दे विच की है कि कैंसलेशन रिपोर्ट है। कैंसलेशन रिपोर्ट कदों फाइल की जाती है? जो एविडेंसिस आर डेफिशेंट, जो एविडेंसिस आर डेफिशेंट, एविडेंसिस इन्ने नहीं हैं कि उस अरेस्टेड परसन नू मैजिस्ट्रेट के सामने पेश किया जाए फॉर द परपज ऑफ फेसिंग फर्दर प्रोसीडिंग्स। और इस केस दे विच भी पुलिस कोल पावर है कि 169 के अंडर वो बेल ग्रांट कर सकती है। फिर 167 क्लॉज 2, ये आपको पता ही है कि ये डिफॉल्ट बेल है, ये कंपलसरी बेल है, ये मैंडेटरी बेल दे नाल 167 क्लॉज 2 रिलेटेड है। फिर सैक्शन 180 ओनली 81 दे विच नॉन बेलेबल ऑफेंस दे लई पावर है किदे कोल? CGM दे कोल या कोर्ट ऑफ सैशन दे कोल कि वो किसी भी अरेस्टेड परसन नू बेल ते रिलीज कर सकते हैं। ठीक है जी, सो ये रेलेवेंट प्रोविजन। फिर डिफरेंसेस, ये एक इदा दा आस्पैक्ट है विच आई बिलीव कि जो तुहानू पूरा कंसैप्ट समझ आ गया तो ये चीज़ का नाल ही बाय प्रोडक्ट है, समझ आ ही जाना है। सो देख लेने आप बेलेबल ऑफेंस दे विच बेल ग्रांटेड बाय बोथ। ठीक है जी, बोथ कोर्ट भी ग्रांट कर सकती है, पुलिस भी ग्रांट कर सकती है, लेकिन जनरली नॉन बेलेबल दे विच जिहड़ी है वो कोर्ट ग्रांट करती है, लेकिन एक्सैप्शनली पुलिस ग्रांट करती है। फिर नैक्सट, बेलेबल ऑफेंसिस जिहड़े हैं वो लैस सीरीयस होंदे हैं और नॉन बेलेबल मोर सीरीयस एंड ग्रेव होंदे हैं। फिर उस तो बाद बेलेबल ऑफेंस दे विच कोई भी कंडीशन इंपोज नहीं की जा सकती, चाहे बाय कोर्ट या बाय पुलिस। नो कंडीशन कैन बी इंपोज्ड, क्योंकि ये माना जाता है कि बेलेबल दे विच बेल हैज टू बी ग्रांटेड एज ए मैटर ऑफ राइट, इसलिए कोई भी कंडीशन लगा के ओदी इस राइट नू डिफीट नहीं किया जा सकता। और दूसरी केस दे विच कंडीशंस लग सकती है, कैन बी इंपोज नॉन बेलेबल दे विच। फिर बेलेबल दे विच एज ए मैटर ऑफ राइट बेल ग्रांट हो सकती है, नॉन बेलेबल दे विच इट इज ओनली एट द डिस्क्रिशन ऑफ कोर्ट। कोर्ट मे ग्रांट, कोर्ट मे नॉट ग्रांट। बेलेबल दे विच बेल ग्रांट की जाती है, पावर कितने 436 दे विच, और नॉन बेलेबल दे विच 437 438 439 ਦੇ ਵਿੱਚ ਪਾਵਰ ਹੈ। बेलेबल ऑफेंसिस ਜਿਹੜੇ ਹੈ ਉਹ ਜਨਰਲੀ ਪਨਿਸ਼ੇਬਲ ਹੁੰਦੇ ਹਨ। ਪਨਿਸ਼ਮੈਂਟ ਕਿੰਨੀ ਹੈ? ਲੈਸ ਦੈਨ 3 ਇਅਰਸ। ਜਨਰਲੀ
कोई स्पैसिफिक हार्ड एंड फास्ट क्राइटेरिया नहीं है। ये किस बेसिस ते है, इस शेड्यूल 1 ਦੇ ਪਾਰਟ 2 ਦੇ ਬੇਸਿਸ ਤੇ ਆਪਾਂ ਇਹ ਗੱਲ ਕਰ ਰਹੇ ਹਾਂ। ਔਰ ਨॉन ਬੇਲੇਬਲ ਆਫੈਂਸਿਸ ਦੇ ਵਿੱਚ ਆਮ ਤੌਰ ਤੇ ਸੀਰੀਅਸ ਹੁੰਦੇ ਹਨ, ਇਹਦੇ ਚ ਡੈਥ ਪੈਨਲਟੀ ਜਾਂ ਲਾਈਫ ਇੰਪ੍ਰਿਜ਼ਨਮੈਂਟ ਜਾਂ ਮੋਰ ਦੈਨ 3 ਇਅਰਸ ਵੀ ਪਨਿਸ਼ਮੈਂਟ ਕੈਰੀ ਕਰਦੇ ਹਨ। ਫਿਰ ਜਿਵੇਂ ਪਹਿਲਾਂ ਡਿਸਕਸ ਕੀਤਾ ਹੈ ਕਿ ਡੈਫੀਨੇਸ਼ਨ ਦੋਨਾਂ ਦੀ 2A ਦੇ ਵਿੱਚ ਹੀ ਆਉਂਦੀ ਹੈ। ਇਹ ਚੀਜ਼ ਯਾਦ ਰੱਖਣਾ, ਪੇਪਰ ਦੇ ਵਿੱਚ ਕਈ ਵਾਰ ਇਹ ਚੀਜ਼ ਕਨਫਿਊਜ਼ਨ ਕ੍ਰੀਏਟ ਕਰ ਦਿੰਦੀ ਹੈ। ਪਰ ਲੈਂਡਮਾਰਕ ਕੇਸਿਸ ਗੁਰਬਖਸ਼ ਸਿੰਘ ਸਿਬੀਆ, ਇਹਦੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਕੋਰਟ ਨੇ ਆਰਟੀਕਲ 21 ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਡਿਸਾਈਡ ਕਰਨਾ ਹੈ ਕਿ ਬੇਲ ਗ੍ਰਾਂਟ ਕੀਤੀ ਜਾਵੇ ਨਾ ਕੀਤੀ ਜਾਵੇ। ਆਰਟੀਕਲ 21 ਦਾ ਇਹਦੇ ਨਾਲ ਕੀ ਰਿਲੇਸ਼ਨਸ਼ਿਪ ਹੈ, that we have already discussed. I hope ਤੁਹਾਨੂੰ ਇਹ ਸਮਝ ਆ ਜਾਏਗਾ। ਫਿਰ ਅਰਨਬ ਗੋਸਵਾਮੀ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਹੜੀ ਹਿਊਮਨ ਲਿਬਰਟੀ ਹੈ ਇੱਕ ਪ੍ਰੀਸ਼ੀਅਸ ਕਨਸਟੀਟਿਊਸ਼ਨਲ ਵੈਲਿਊ ਰੱਖਦੀ ਹੈ, ਇਸ ਲਈ ਉਹਨੂੰ ਆਮ ਤੌਰ ਤੇ ਡਿਸਟਰਬ, ਆਮ ਤੌਰ ਤੇ ਬ੍ਰੀਚ ਨਹੀਂ ਕੀਤਾ ਜਾ ਸਕਦਾ। ਲੇਕਿਨ ਹਾਂ ਇਹ ਜ਼ਰੂਰ ਹੈ ਕਿ ਕਿਸੇ ਵੀ ਲਾਅ ਦੇ ਵਿੱਚ ਅਗਰ ਕੋਈ ਰੈਗੂਲੇਸ਼ਨ ਹੈ ਤੇ ਉਹਦੇ ਨਾਲ ਉਹ ਰੈਗੂਲੇਟ ਕੀਤੀ ਜਾ ਸਕਦੀ ਹੈ। ਮੰਨ ਲਓ ਅਗਰ ਕਿਸੇ ਲਾਅ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਆਹ ਸ਼ਰਤ ਲਗਾਣੀ ਜ਼ਰੂਰੀ ਹੈ ਜਾਂ ਇਹ ਪ੍ਰੋਸੀਜਰ ਫੋਲੋ ਕਰਨਾ ਜ਼ਰੂਰੀ ਹੈ, ਤਾਂ ਫਿਰ ਕੋਈ ਪਰਸਨ ਇਹ ਨਹੀਂ ਕਹਿ ਸਕਦਾ ਕਿ ਜੀ ਤੁਸੀਂ ਇਹ ਸ਼ਰਤ ਲਗਾ ਕੇ ਜਾਂ ਇਹ ਪ੍ਰੋਸੀਜਰ ਫੋਲੋ ਕਰਕੇ ਤਾਂ ਮੇਰਾ ਤੁਸੀਂ ਜਿਹੜਾ ਰਾਈਟ ਹੈ ਉਹਨੂੰ ਤੁਸੀਂ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰ ਰਹੇ ਹੋ। ਦਿਸ ਇਜ਼ ਨਾਟ ਦ ਕੇਸ। ਫਿਰ ਸਤਿੰਦਰ ਕੁਮਾਰ ਅੰਤਿਲ, ਦਿਸ ਇਜ਼ ਵੈਰੀ ਇੰਪੋਰਟੈਂਟ ਕੇਸ। ਸਤਿੰਦਰ ਕੁਮਾਰ ਅੰਤਿਲ ਦੇ ਵਿੱਚ section 41 and 41A, this is basically justification of arrest ਦੇ ਨਾਲ ਡੀਲ ਕਰਦਾ ਹੈ। ਠੀਕ ਹੈ ਜੀ, ਇਹਦੇ ਬਾਰੇ ਕਿਹਾ ਗਿਆ ਸੀ ਕਿ ਇਹ ਇੰਪੋਰਟੈਂਟ ਪ੍ਰੋਵੀਜ਼ਨਸ ਹਨ, ਇਹਨਾਂ ਨੂੰ ਕੰਪਲਾਈ ਕਰਨਾ ਜ਼ਰੂਰੀ ਹੈ, ਮੈਂਡੇਟਰੀ ਹੈ। ਅਗਰ ਇਹ ਕੰਪਲਾਈ ਨਹੀਂ ਕੀਤੇ ਜਾ ਸਕਦੇ ਤਾਂ ਸਿੰਪਲੀ ਇਸ ਗਰਾਊਂਡ ਦੇ, ਇਸ ਆਧਾਰ ਤੇ ਨॉन ਕੰਪਲਾਈਜ਼ ਦੇ ਗਰਾਊਂਡ ਤੇ ਬੇਲ ਗ੍ਰਾਂਟ ਕੀਤੀ ਜਾ ਸਕਦੀ ਹੈ। that has to be kept in mind। ਫਿਰ ਅਰਨੀਸ਼ ਕੁਮਾਰ ਕੇਸ, ਅਰਨੀਸ਼ ਕੁਮਾਰ ਕੇਸ ਦੇ ਵਿੱਚ ਵੀ ਬੇਸਿਕਲੀ ਕਿਹਾ ਗਿਆ ਸੀ ਕਿ ਆਟੋਮੈਟਿਕ ਅਰੈਸਟ ਨਹੀਂ ਹੋ ਸਕਦੀ। ਆਟੋਮੈਟਿਕ ਅਰੈਸਟ ਦਾ ਮਤਲਬ ਹੈ ਕਿ ਸਿਰਫ ਤੁਹਾਡੇ ਕੋਲ ਪਾਵਰ ਹੈ ਇਸ ਲਈ ਅਰੈਸਟ ਨਹੀਂ ਕਰਨੀ, ਤੁਹਾਡੇ ਕੋਲ ਰੀਜ਼ਨ ਹੋਣਾ ਚਾਹੀਦਾ ਹੈ, ਤੁਹਾਡੇ ਕੋਲ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ, ਫਿਰ ਹੀ ਤੁਸੀਂ ਅਰੈਸਟ ਕਰ ਸਕਦੇ ਹੋ। ਫਿਰ ਉਸ ਤੋਂ ਬਾਅਦ ਵਿਜੇ ਮਦਨ ਲਾਲ ਚੌਧਰੀ ਕੇਸ ਹੈ, ਇਹਦੇ ਵਿੱਚ ਵੀ ਸੁਪਰੀਮ ਕੋਰਟ ਨੇ ਬੇਸਿਕਲੀ ਸੈਕਸ਼ਨ 436A ਜਿਹੜਾ ਹੈ ਉਹਨੂੰ 167 ਕਲੌਜ਼ 2 ਦੇ ਨਾਲ ਕੰਪੇਅਰ ਕਰਕੇ ਕਿਹਾ ਗਿਆ ਸੀ ਕਿ ਇਹ ਦੋਨੋਂ ਸਟੈਚੂਟਰੀ ਬੇਲ ਮੰਨੀਆਂ ਜਾਵੇ। 436A ਵੀ ਇੱਕ ਬੇਲ ਦੇ ਰਿਲੇਟਡ ਹੀ ਪ੍ਰੋਵੀਜ਼ਨ ਹੈ, ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਹਾਂ, ਉਹਨੂੰ ਇਸ ਤਰੀਕੇ ਨਾਲ ਸੀਰੀਅਸਲੀ ਕੰਸੀਡਰ ਕਰਕੇ ਜਿਵੇਂ ਮੈਂਡੇਟਰੀ ਬੇਲ ਜਾਂ ਡਿਫਾਲਟ ਬੇਲ ਦਿੱਤੀ ਜਾਂਦੀ ਹੈ, ਉਵੇਂ ਹੀ ਵਿਦ ਅਰਨੈਸਟ ਅਪਰੋਚ ਕੋਰਟਸ ਨੂੰ 436A ਨੂੰ ਕੰਪਲਾਈ ਕਰਨਾ ਚਾਹੀਦਾ ਹੈ। ਫਿਰ ਜ਼ਹੀਰਾ ਹਬੀਬੁੱਲਾ ਸ਼ੇਖ ਕੇਸ ਹੈ, ਗੁਜਰਾਤ ਰਾਈਟਸ ਕੇਸ ਦੇ ਨਾਮ ਤੋਂ ਵੀ ਜਾਣਦੇ ਹਾਂ। ਇਹਦੇ ਵਿੱਚ ਕੋਰਟ ਨੇ ਕਿਹਾ ਸੀ ਕਿ ਅਗਰ ਵਿਟਨੈਸਿਸ ਦੀ ਲਾਈਫ ਨੂੰ ਜਾਂ ਸੇਫਟੀ ਨੂੰ ਥ੍ਰੈਟ ਹੈ, ਫਿਰ ਉਸ ਅਰੈਸਟਡ ਪਰਸਨ ਨੂੰ ਬੇਲ ਤੇ ਗ੍ਰਾਂਟ ਕਰਨਾ ਨਹੀਂ ਬਣਦਾ। ਸੋ ਇਹਨਾਂ ਲੈਂਡਮਾਰਕ ਕੇਸਿਸ ਦੇ ਨਾਲ ਔਰ ਹੋਰ ਜੋ ਵੀ ਆਪਾਂ ਇਸ ਤੋਂ ਪਹਿਲਾਂ ਡਿਸਕਸ ਕੀਤਾ ਹੈ, ਇਹਨਾਂ ਸਾਰੇ ਹੀ ਇਸ਼ੂਜ਼ ਦੇ ਨਾਲ ਡਿਸਕਸ ਕਰਨ ਤੋਂ ਬਾਅਦ ਆਈ ਬਿਲੀਵ ਕਿ ਤੁਹਾਨੂੰ ਬੇਲੇਬਲ ਔਰ ਨॉन ਬੇਲੇਬਲ ਆਫੈਂਸ ਦਾ ਜਿਹੜੀ ਡੈਫੀਨੇਸ਼ਨ ਹੈ ਐਜ਼ ਵੈਲ ਐਜ਼ ਜੋ ਇਹਦਾ ਬੇਸਿਕ ਕਨਸੈਪਟ ਹੈ ਉਹ ਸਮਝ ਆਇਆ ਹੋਵੇਗਾ। ਹਾਂ, ਇੱਕ ਚੀਜ਼ ਯਾਦ ਰੱਖਣਾ ਕਿ ਇਹਨਾਂ ਨੂੰ ਪਹਿਲਾਂ ਤੁਸੀਂ ਅੱਛੇ ਤਰੀਕੇ ਨਾਲ ਸਮਝੋ, ਉਸ ਤੋਂ ਬਾਅਦ ਦੇ ਵਿੱਚ ਆਪਾਂ ਜੰਪ ਕਰਾਂਗੇ ਕਿਸਤੇ, ਮੇਨ ਡਿਟੇਲਡ ਟੌਪਿਕ ਤੇ। ਡਿਟੇਲਡ ਟੌਪਿਕ ਤੇ ਸਿੱਧੇ ਹੀ ਆਪਾਂ ਨਹੀਂ ਜੰਪ ਕਰਨਾ। ਠੀਕ ਹੈ ਜੀ, ਇਹਦੇ ਨਾਲ ਹੀ ਆਪਣਾ ਇਹ ਜਿਹੜਾ ਟੌਪਿਕ ਹੈ ਉਹ ਕੰਪਲੀਟ ਹੁੰਦਾ ਹੈ। ਹਾਂ, ਇਸ ਤੋਂ ਬਾਅਦ ਤੁਹਾਨੂੰ ਇੱਕ ਲਿੰਕ ਆਏਗਾ ਜੋ ਕਿ ਨੈਕਸਟ ਟੌਪਿਕ ਦੇ ਲਈ ਹੈ। ਠੀਕ ਹੈ ਜੀ, ਕੁਝ ਹੀ ਮਿੰਟਾਂ ਬਾਅਦ ਆਪਾਂ ਨੈਕਸਟ ਲਾਈਵ ਕਲਾਸ ਜੋ ਕਿ ਨੈਕਸਟ ਟੌਪਿਕ ਦੇ ਨਾਲ ਡਿਸਕਸ ਕਰਾਂਗੇ, ਨੈਕਸਟ ਡੈਫੀਨੇਸ਼ਨ ਦੇ ਨਾਲ ਡਿਸਕਸ ਕਰਾਂਗੇ, ਉਹਨੂੰ ਆਪਾਂ ਜੁਆਇਨ ਕਰਾਂਗੇ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ।